Students, Vaheguru Ji Ka Khalsa, Vaheguru Ji Ki Fateh. Students, we have started exercise number 9.1 of chapter 9th named Algebraic Expressions and Identities. ਬੇਟਾ ਉਹਦੇ ਵਿੱਚ we have completed first two questions. ਅਸੀਂ ਉਹਦੇ ਵਿੱਚ ਦੋ questions ਕਰ ਲਏ ਸੀਗੇ। ਅਸੀਂ ਉਹਦੇ ਵਿੱਚ ਪੜ੍ਹਿਆ ਸੀ ਕਿ ਅਲਜਬਰਿਕ ਐਕਸਪ੍ਰੈਸ਼ਨ ਕੀ ਹੁੰਦਾ ਵਾ, ਉਹਦੀਆਂ ਟਰਮਸ ਕੀ ਹੁੰਦੀਆਂ, ਉਹਦੀਆਂ ਕੋਫੀਸ਼ੀਐਂਟਸ ਕੀ ਹੁੰਦੇ ਆ, ਫੈਕਟਰਸ ਕਿਵੇਂ ਕੱਢੀ ਦੇ ਆ। ਉਸ ਤੋਂ ਬਾਅਦ ਅਸੀਂ ਪੋਲੀਨੋਮੀਅਲਸ ਬਾਰੇ ਪੜ੍ਹਿਆ ਸੀ ਕਿ ਉਹਦੀਆਂ ਟਾਈਪਸ ਦੇ ਬਾਰੇ ਪੜ੍ਹਿਆ ਸੀ, ਮੋਨੋਮੀਅਲਸ, ਬਾਈਨੋਮੀਅਲਸ, ਟਰਾਈਨੋਮੀਅਲਸ, ਅਤੇ ਉਹਨਾਂ ਨੂੰ ਕਲਾਸੀਫਾਈ ਕੀਤਾ ਸੀ ਅਸੀਂ ਸੈਕਿੰਡ ਕੁਐਸਚਨ ਦੇ ਵਿੱਚ। ਸੋ ਟੂਡੇ ਅਸੀਂ ਕਰਾਂਗੇ ਥਰਡ ਕੁਐਸਚਨ, ਐਡ ਦੀ ਫੋਲੋਇੰਗ। ਇਹਨਾਂ ਨੰਬਰਸ ਨੂੰ ਐਡ ਕਰਨਾ ਵਾ। ਇਹ ਬੇਟਾ ਅਸੀਂ ਨਾ ਤੁਹਾਨੂੰ ਮੈਂ ਆਲਰੇਡੀ ਦੱਸਿਆ ਸੀਗਾ ਕਿ 7th ਕਲਾਸ ਦੇ ਵਿੱਚ ਅਸੀਂ ਇਹ ਵਾਲੇ ਕਰ ਚੁੱਕੇ ਹਾਂ ਕੁਐਸਚਨਸ। ਜਿਵੇਂ ਥਰਡ ਦਾ ਫਸਟ ਪਾਰਟ AB ਮਾਈਨਸ BC ਕੋਮਾ BC ਮਾਈਨਸ CA ਕੋਮਾ CA ਮਾਈਨਸ AB। ਹਾਂਜੀ, ਕਿਵੇਂ ਕਰਨਾ ਬੇਟਾ ਇਹਨਾਂ ਨੂੰ? AB ਮਾਈਨਸ BC ਕੋਮਸ ਦੀ ਜਗ੍ਹਾ 'ਤੇ ਕੀ ਕਰਨਾ, ਕਾਹਦਾ ਸਮ ਆਏ? ਐਡ ਦਾ। ਕੋਮਸ ਦੀ ਜਗ੍ਹਾ 'ਤੇ ਮੈਂ ਕੀ ਕਰ ਦੇਣਾ? ਪਲੱਸ BC ਮਾਈਨਸ CA, ਫਿਰ ਕੋਮੇ ਦੀ ਜਗ੍ਹਾ 'ਤੇ ਪਲੱਸ CA ਮਾਈਨਸ AB। ਠੀਕ ਆ, ਇਹ ਮੈਂ ਸੋਲਿਊਸ਼ਨ ਕਰਵਾ ਰਹੀ ਹਾਂ। ਐਡ ਦੇ ਸਮ ਹੈਗੇ ਨਾ, ਕੋਮਸ ਦੀ ਜਗ੍ਹਾ 'ਤੇ ਕੀ ਆ ਜਾਣਾ? ਪਲੱਸ ਆ ਜਾਣਾ। ਹੁਣ ਵੇਖੋ ਲਾਈਕ ਟਰਮਸ AB ਦੇ ਅੱਗੇ ਲੈਫਟ ਹੈਂਡ 'ਤੇ ਕਿਹੜਾ ਸਾਈਨ ਹੈਗਾ? ਕੋਈ ਸਾਈਨ ਨਹੀਂ, ਇਟ ਮੀਨਸ ਪਲੱਸ ਦਾ ਵਾ। AB ਪਲੱਸ ਦਾ, AB ਮਾਈਨਸ ਦਾ, ਕੈਂਸਲ ਆਊਟ ਹੋ ਜਾਣੇ। ਉਸ ਤੋਂ ਅੱਗੇ BC, ਲੈਫਟ ਹੈਂਡ 'ਤੇ ਸਾਈਨ ਵੇਖੋ, BC ਮਾਈਨਸ ਦਾ, BC ਪਲੱਸ ਦਾ, ਕੈਂਸਲ ਆਊਟ ਹੋ ਜਾਣੇ। ਫਿਰ ਨੈਕਸਟ ਕੀ ਆ? CA। ਬੇਟਾ ਸਿਰਫ ਲਾਈਕ ਟਰਮਸ ਹੀ ਕੈਂਸਲ ਆਊਟ ਹੋ ਸਕਦੀਆਂ ਵਾ ਡਿਫਰੈਂਟ ਸਾਈਨਸ 'ਤੇ, ਅਨਲਾਈਕ ਟਰਮਸ ਨਹੀਂ ਹੋ ਸਕਦੀਆਂ। CA ਨੈਗੇਟਿਵ ਮਾਈਨਸ ਦਾ, CA ਪਲੱਸ ਦਾ, ਇਹ ਕੈਂਸਲ ਹੋ ਗਏ। ਕੋਈ ਟਰਮ ਨਹੀਂ ਬਚੀ, ਇਟ ਮੀਨਸ ਇਹਦਾ ਆਨਸਰ ਕੀ ਆ ਜਾਣਾ? 0। ਠੀਕ ਆ। ਇਸੇ ਤਰ੍ਹਾਂ ਬੇਟਾ ਸੈਕਿੰਡ ਪਾਰਟ A ਮਾਈਨਸ B ਪਲੱਸ AB ਕੋਮਾ B ਮਾਈਨਸ C ਪਲੱਸ BC ਕੋਮਾ C ਮਾਈਨਸ A ਪਲੱਸ AC। ਕੋਮਸ ਦੀ ਜਗ੍ਹਾ 'ਤੇ ਕੀ ਕਰ ਦੇਣਾ ਵਾ? ਪਲੱਸ ਦਾ ਸਾਈਨ। A ਮਾਈਨਸ B ਪਲੱਸ AB ਪਲੱਸ B ਮਾਈਨਸ C ਪਲੱਸ BC ਪਲੱਸ C ਮਾਈਨਸ A ਪਲੱਸ AC। ਠੀਕ ਆ। ਵੇਖੋ ਹੁਣ ਲਾਈਕ ਟਰਮਸ ਚੈੱਕ ਕਰੋ। A ਪਲੱਸ ਦਾ, A ਸਿੰਗਲ A, ਕੱਲੇ A ਵਾਲੀ ਟਰਮ ਹੈਗੀ ਔਰ ਆ ਰਹੀ ਹੈ ਨਾ। ਇਹ A ਪਲੱਸ ਦਾ ਹੀ, ਇਹ A ਮਾਈਨਸ ਦਾ ਵਾ। ਲੈਫਟ ਹੈਂਡ ਸਾਈਡ 'ਤੇ ਸਾਈਨ ਵੇਖੀ ਦਾ ਨਾ, ਇਹ A ਕਾਹਦਾ? ਮਾਈਨਸ ਦਾ। ਪਲੱਸ ਦਾ ਇਹ ਅਤੇ ਮਾਈਨਸ ਦਾ ਇਹ ਕੈਂਸਲ। ਨੈਕਸਟ ਕੀ ਹੈਗਾ? B, ਕੱਲਾ B ਆ ਰਿਹਾ, B ਕਾਹਦਾ? ਮਾਈਨਸ ਦਾ। ਇੱਕ ਆ ਰਿਹਾ B ਕਾਹਦਾ? ਪਲੱਸ ਦਾ। ਇਟ ਮੀਨਸ ਇਹ ਵੀ ਕੈਂਸਲ ਆਊਟ ਹੋ ਗਿਆ। ਹਾਂਜੀ, ਨੈਕਸਟ AB। ਵੇਖੋ AB ਵਾਲਾ ਐਕਸਪ੍ਰੈਸ਼ਨ ਹੈਗਾ, ਕੋਈ ਟਰਮ ਹੈਗੀ ਔਰ ਕੋਈ AB ਨਹੀਂ ਹੈਗੀ, ਕੱਲੀ AB, ਇਹਨੇ ਐਜ਼ ਇਟ ਇਜ਼ ਹੀ ਰਹਿ ਜਾਣਾ। ਅੱਗੇ ਕੀ ਆ ਗਿਆ? B ਕੈਂਸਲ ਆਊਟ ਹੋ ਗਿਆ। ਅੱਗੇ ਕੀ ਆ ਗਿਆ? ਮਾਈਨਸ C ਮਾਈਨਸ ਦਾ, C ਪਲੱਸ ਦਾ, ਕੈਂਸਲ ਆਊਟ ਹੋ ਗਏ। ਨੈਕਸਟ ਕੀ ਆ ਗਿਆ? BC ਹੈਗੀ ਔਰ ਨਹੀਂ, ਸੋ ਸਾਈਨ ਕੀ ਇਹਦਾ? ਪਲੱਸ BC, ਪਿੱਛੇ ਕੀ ਬਚਿਆ? ਪਲੱਸ AC। ਸਾਡਾ ਇਹ ਵਾਲਾ ਆਨਸਰ ਆ ਜਾਣਾ। ਠੀਕ ਆ। ਆਈ ਹੋਪ ਬੇਟਾ ਤੁਹਾਨੂੰ ਇਹ ਕਲੀਅਰ ਹੋ ਗਏ ਹੋਣਗੇ। ਸੋ ਇਸੇ ਤਰ੍ਹਾਂ ਤੁਸੀਂ ਥਰਡ ਅਤੇ ਫੋਰਥ ਕੁਐਸਚਨ ਕਰਨਾ, ਪਾਰਟ ਕਰਨਾ ਵਾ। ਠੀਕ ਆ। ਲਾਈਕ ਟਰਮਸ ਕਰਨੀਆਂ ਉਹਦੇ ਵਿੱਚ ਵੀ। ਮੈਂ ਇੱਕ ਥਰਡ ਪਾਰਟ ਜਿਹੜਾ ਥੋੜ੍ਹਾ ਡਿਫੀਕਲਟ ਆ, ਅਲੱਗ ਇਹਨਾਂ ਨਾਲੋਂ, ਮੈਂ ਐਕਸਪਲੇਨ ਕਰ ਦਿੰਦੀ ਹਾਂ। ਫਿਰ ਫੋਰਥ ਤੁਸੀਂ ਕਰਨਾ। 2p² ਮਾਈਨਸ 3pq ਪਲੱਸ 4 ਕੋਮਾ 5 ਪਲੱਸ 7pq ਮਾਈਨਸ 3p²q²। ਸੋਲਿਊਸ਼ਨ 2p² ਮਾਈਨਸ 3pq ਪਲੱਸ 4 ਕੋਮਾ ਦੀ ਜਗ੍ਹਾ 'ਤੇ ਕੀ ਆ ਜਾਣਾ? ਪਲੱਸ 5 ਪਲੱਸ 7pq ਮਾਈਨਸ 3p²
हुण देखो लाइक टर्म्स वेखणियां तुसीं हुण इत्थे कोफिशेंट नहीं देखना, वेरीएबल्स तो वेखना हुंदा कि लाइक टर्म्स किहड़ियां वा। पी दी पावर 2 ते क्यू दी पावर 2, पी स्केयर क्यू स्केयर, ਇਹਦੇ ਨਾਲ ਦੀ ਲਾਈਕ ਟਰਮ ਹੈਗੀ ਪੀ ਸਕੇਅਰ ਕਿਊ ਸਕੇਅਰ। ਇਹ ਇਕੱਲਾ ਪੀ ਕਿਊ ਆ, ਇਹ ਕੌਨਸਟੈਂਟ ਆ, ਇਹ ਵੀ ਕੌਨਸਟੈਂਟ ਆ ਵੀ ਪੀ ਕਿਊ ਆ ਰਹੀ ਨਾ ਪੀ ਸਕੇਅਰ ਕਿਊ ਸਕੇਅਰ। ਮੈਂ ਇਹਨਾਂ ਨੂੰ ਲਾਈਕ ਟਰਮਸ ਨੂੰ ਇਹ ਕੈਂਸਲ ਆਊਟ ਨਹੀਂ ਹੋਣੀ ਕਿਉਂਕਿ ਇਹ 2 ਆ, ਇਹ -3 ਆ। ਮੈਂ ਅਲੱਗ ਕਰ ਲੈਂਦੀ ਹਾਂ 2 ਪੀ ਸਕੇਅਰ ਕਿਊ ਸਕੇਅਰ ਐਂਡ -3 ਪੀ ਸਕੇਅਰ ਕਿਊ ਸਕੇਅਰ। ਮੈਂ ਲਾਈਕ ਟਰਮਸ ਇਕੱਠੀਆਂ ਕਰਨ ਲੱਗੀ ਹੁਣ। ਨੈਕਸਟ ਕੀ ਹੈਗਾ -3 ਪੀ ਕਿਊ, -3 ਪੀ ਕਿਊ, ਪੀ ਕਿਊ ਵਾਲੀ ਹੈਗੀ ਔਰ ਆ ਰਹੀ ਕੀ ਆਏ +7 ਪੀ ਕਿਊ। ਅੱਗੇ ਕੀ ਆ ਗਿਆ +4 +5। ਲਾਈਕ ਟਰਮਸ ਨੂੰ ਅਸੀਂ ਪਲੱਸ ਮਾਈਨਸ ਕਰ ਸਕਦੇ ਹਾਂ, ਅਨਲਾਈਕ ਨੂੰ ਅਸੀਂ ਪਲੱਸ ਮਾਈਨਸ ਨਹੀਂ ਕਰ ਸਕਦੇ। ਠੀਕ ਆ। ਹੁਣ ਜਿਹੜਾ ਵੇਰੀਏਬਲ ਹੁੰਦਾ ਨਾ ਬੇਟਾ, ਵੇਰੀਏਬਲ ਨੂੰ ਅਸੀਂ ਐਜ਼ ਇਟ ਇਜ਼ ਹੀ ਰਹਿਣ ਦਿੰਦੇ ਹਾਂ। ਪੀ ਸਕੇਅਰ ਲਾਈਕ ਟਰਮਸ ਦਾ ਪੀ ਸਕੇਅਰ ਕਿਊ ਸਕੇਅਰ 2 -3 ਮਤਲਬ ਤੁਸੀਂ ਨੰਬਰ ਨੂੰ ਕੰਸੀਡਰ ਕਰਨਾ, ਵੇਰੀਏਬਲ ਐਜ਼ ਇਟ ਇਜ਼ ਆ ਗਿਆ। ਰਫ ਕੰਮ 'ਚ ਲਿਖ ਲਓ ਇੱਥੇ ਕੀ ਬਚਿਆ 2 -3। ਜੇ ਮੈਨੂੰ ਸੋਲਵ ਕਰੂੰਗੀ ਕੀ ਆਂਸਰ ਆ ਜਾਣਾ ਇਹਦਾ -1। ਸੋ ਇੱਥੇ ਆ ਜਾਣਾ -1। ਇਹ ਚੀਜ਼ ਸੋਲਵ ਹੋ ਗਈ। ਨੈਕਸਟ ਹੈਗਾ -3 ਪੀ ਕਿਊ +7 ਪੀ ਕਿਊ, ਮਤਲਬ ਵੇਰੀਏਬਲ ਸੇਮ ਆ, ਲਾਈਕ ਟਰਮ ਪੀ ਕਿਊ ਕੀ ਬਚਿਆ -3 +7। ਰਫ ਕੰਮ 'ਚ ਵੇਖ ਲਓ -3 +7 ਕੀ ਆਂਸਰ ਆ ਜਾਣਾ ਇਹਦਾ +4 ਪੀ ਕਿਊ। ਅੱਗੇ ਪਲੱਸ ਨੇ ਪਲੱਸ ਹੀ ਹੋਣਾ, ਲਾਈਕ ਟਰਮਸ ਆ ਦੋਵੇਂ ਕੌਨਸਟੈਂਟਸ ਆ 4 + 5 9। ਤੇ ਤੁਹਾਨੂੰ ਮੈਂ ਆਲਰੇਡੀ ਦੱਸਿਆ ਵਾ ਕਿ ਵੇਰੀਏਬਲਸ ਦੇ ਨਾਲ ਬੇਟਾ ਕਦੀ ਵੀ 1 ਨਹੀਂ ਲੱਗਦਾ। ਮੈਨੂੰ ਇੱਦਾਂ ਲਿਖੂੰਗੀ -p ਸਕੇਅਰ ਕਿਊ ਸਕੇਅਰ +4 ਪੀ ਕਿਊ +9। ਠੀਕ ਆ ਬੱਚਿਓ। ਬੇਟਾ ਜਿਹੜੀਆਂ ਐਗਜ਼ਾਮਪਲਸ ਦਿੱਤੀਆਂ ਨਾ ਉਹਦੇ ਵਿੱਚ ਇਹਨਾਂ ਨੇ ਜਿਵੇਂ ਅਸੀਂ ਪਲੱਸ ਦੇ ਸਵਾਲ ਕੱਢਦੇ ਆ ਨਾ ਉੱਦਾਂ ਕੀਤਾ ਹੈ। ਤੁਸੀਂ ਜੇ ਤੁਹਾਨੂੰ ਉੱਦਾਂ ਸਮਝ ਲੱਗਦੀ ਐਗਜ਼ਾਮਪਲ ਤਾਂ ਉੱਦਾਂ ਵੀ ਕਰ ਸਕਦੇ ਹੋ ਅਤੇ ਇਸ ਤਰੀਕੇ ਦੇ ਨਾਲ ਵੀ ਕਰ ਸਕਦੇ ਹਾਂ। ਠੀਕ ਆ, ਦੋਵਾਂ ਤਰੀਕਿਆਂ ਨਾਲ ਕਰ ਸਕਦੇ ਹਾਂ। ਸੋ ਬੇਟਾ ਇਹ ਹੋ ਗਿਆ 3rd ਪਾਰਟ। 4th ਪਾਰਟ ਜਿਹੜਾ ਵਾ ਉਹ ਹੁਣ ਤੁਸੀਂ ਕਰਨਾ ਖੁਦ। ਠੀਕ ਆ, 4th ਪਾਰਟ ਇਹਦਾ। ਨੈਕਸਟ ਕੁਐਸਚਨ ਨੰਬਰ 4th A ਪਾਰਟ। ਸਬਟਰੈਕਟ, ਇਹਨੂੰ ਸਬਟਰੈਕਟ ਕਰਨਾ, ਸਬਟਰੈਕਟ ਦਿਸ ਫਰੋਮ ਦਿਸ। ਅਤੇ ਫਰੋਮ ਵਾਲੀ ਟਰਮ ਹਮੇਸ਼ਾ ਅੱਗੇ ਆਉਂਦੀ ਜਾਂ ਉੱਪਰ ਆਉਂਦੀ ਆ। ਬੇਟਾ ਆਹ ਦੇਖੋ ਇਹ ਨੂਮੈਰੀਕਲ ਦੀ ਫੋਰਮ 'ਚ ਵਾ ਨਾ, ਪਲੱਸ ਵਾਲੇ ਵੀ ਸੀ, ਚਲੋ ਪਲੱਸ ਵਾਲੇ ਮੈਂ ਉੱਦਾਂ ਕਰਵਾ ਦਿੱਤੇ, ਮਾਈਨਸ ਵਾਲੇ ਮੈਂ ਇੱਦਾਂ ਕਰਵਾਉਣ ਲੱਗੀ ਹਾਂ। ਠੀਕ ਆ, ਫਰੋਮ ਵਾਲੀ ਟਰਮ ਅੱਗੇ ਲਿਖ ਲੈਣੀ ਜਾਂ ਉੱਪਰ ਲਿਖ ਲਓ 12a -9ab +5b -3। ਆ ਫਰੋਮ ਵਾਲੀ ਟਰਮ ਸੀ ਨਾ, ਫਰੋਮ ਤੋਂ ਅੱਗੇ ਵਾਲੀ ਉਹ ਹਮੇਸ਼ਾ ਉੱਪਰ ਆਉਂਦੀ ਹੈ 12a -9ab +5b -3। ਦੂਜੀ ਰਕਮ ਨੀਚੇ ਆਉਣੀ ਆ, ਬਟ ਜਦੋਂ ਤੁਸੀਂ ਰਕਮ ਨੀਚੇ ਲਿਖਣੀ ਆ ਨਾ ਬੇਟਾ ਲਾਈਕ ਟਰਮਸ ਇਕੱਠੀਆਂ ਹੋਣੀਆਂ ਵਾ। ਜਿਵੇਂ ਮੇਰੀ ਟਰਮ ਹੈਗੀ 4a, a ਵਾਲੇ ਨੇ a ਵਾਲੇ ਦੇ ਨੀਚੇ ਆਉਣਾ 4a -7ab +3b +12 ਇਹ ਤਾਂ ਬੇਟਾ ਸਿੱਧੀਆਂ ਦਿੱਤੀਆਂ ਸੀ। ਪਰ ਕੁਛ ਕੁਐਸਚਨਸ ਦੇ ਵਿੱਚ ਨਾ ਵੇਰੀਏਬਲਸ ਮਤਲਬ ਜ਼ਰੂਰੀ ਨਹੀਂ ਕਿ ਤੁਹਾਡੇ ਸੇਮ ਹੀ ਆਉਣ, ਉਹ ਖੁਦ ਕਰਨਾ ਪੈਂਦਾ। ਅਸੀਂ ਇਹ ਵੇਖਣਾ ਕਿ A ਵਾਲੀ ਟਰਮ ਦੇ ਨੀਚੇ A ਵਾਲੀ ਹੀ ਹੋਣੀ ਚਾਹੀਦੀ, B ਵਾਲੀ ਦੇ ਨੀਚੇ B ਵਾਲੀ ਹੀ ਹੋਣੀ ਚਾਹੀਦੀ ਹੈ, C ਵਾਲੀ ਦੇ ਨੀਚੇ C ਵਾਲੀ ਹੋਣੀ ਚਾਹੀਦੀ। ਠੀਕ ਹੈ, ਇਹ ਚੀਜ਼ਾਂ ਧਿਆਨ ਰੱਖਣੀਆਂ। ਹੁਣ ਜਦੋਂ ਸਬਟਰੈਕਸ਼ਨ ਦਾ ਬਣਾ ਇਹ ਸਬਟਰੈਕਸ਼ਨ ਦਾ ਜਦੋਂ ਐਡੀਸ਼ਨ 'ਚ ਨਹੀਂ ਕਰੀਦਾ, ਐਡੀਸ਼ਨ 'ਚ ਬੇਟਾ ਜਸਟ ਇਹਨੇ ਇੱਦਾਂ ਹੀ ਸੋਲਵ ਹੋ ਜਾਣਾ। ਠੀਕ ਆ, 12 ਚੋਂ 3 ਗਏ, ਸਿੰਪਲ ਇੱਦਾਂ। ਇਹ ਸਬਟਰੈਕਸ਼ਨ ਦਾ ਸਮ ਆ ਨਾ ਜਦੋਂ, ਉਦੋਂ ਸਾਈਨ ਬਦਲ ਜਾਂਦੇ ਆ। ਕਿੱਦਾਂ ਬਦਲਦੇ? ਇੱਕ ਲਾਈਨ ਸਾਈਨਸ ਵਾਸਤੇ ਹੀ ਰੱਖਣੀ ਤੁਸੀਂ। ਪਲੱਸ ਦਾ ਸਾਈਨ ਇਹਨੇ ਮਾਈਨਸ ਹੋ ਜਾਣਾ, ਪਲੱਸ ਦਾ ਸਾਈਨ ਇਹਨੇ ਮਾਈਨਸ ਹੋ ਜਾਣਾ, ਮਾਈਨਸ ਦਾ ਸਾਈਨ ਇਹਨੇ ਪਲੱਸ ਹੋ ਜਾਣਾ, 4a ਦੇ ਅੱਗੇ ਪਲੱਸ ਦਾ ਸਾਈਨ ਇਹਨੇ ਕੀ ਹੋ ਜਾਣਾ ਮਾਈਨਸ। ਠੀਕ ਆ, ਇਹਦਾ ਕੀ ਮਤਲਬ ਆ? ਇਹਦਾ ਮਤਲਬ ਇਹ ਜਦੋਂ ਮੈਂ ਹੁਣ ਸੋਲਵ ਕਰਨਾ ਨਾ, ਮੈਂ ਇਸ ਨੂੰ ਸਾਈਨ ਨੂੰ ਆਹ ਵਾਲੇ ਪਲੱਸ ਵਾਲੇ ਸਾਈਨ ਨੂੰ ਇਗਨੋਰ ਕਰ ਦੇਣਾ। ਮੈਂ ਸੋਲਵ ਕਿੱਦਾਂ ਕਰਨਾ? -3 ਅਤੇ -12
-3 तो -12 -3 तो -12 कितना आ जाना -15 ठीक है। फिर मैं आ 3 का प्लस का साइन है इनू इग्नोर कर देना न्यू साइन वेखना वेरीएबल तो एज इट इज़ आ जाना बी का बी +5 -3 5 चों 3 गए 2 तो वड्डी टर्म केड़ी 5 की 3 5 वड्डी 5 का साइन की प्लस नैक्सट वेरीएबल की है ए बी -9 आ वाला साइन लेना हम -9 +7 -9 +7 एक ही आ जाना -2 क्योंकि माइनस क्यों आया वड्डी 9 तो 7 चो 9 वड्डा 9 का साइन की माइनस का फिर ए एज इट इज़ 12 - 4 8 ठीक है बेटा ਜਿਹੜੇ सबट्रैक्शन के सम होंगे उन्होंने दे साइन चेंज होंदा वा एडिशन च नहीं होंदा ठीक है। इस तरह मैं बी पार्ट करवानी है 3xy + 5yz - 7zx फ्रॉम 5xy - 2yz - 2zx + 10xyz हुण वेखो फ्रॉम तो अगली टर्म जिहड़ी आ वो हमेशा उपर आउंदी आ ये आ जाना 5xy - 2yz - 2zx + 10xyz ये उपर आ गई टर्म हुण फस्ट फ्रॉम तो अगली टर्म उपर आ जानी हुण इन्हें नीचे आना वा फस्ट की xy 3xy ने ये नीचे आ जाना नैक्सट की आ +5yz yz वाली ने yz वाली दे नीचे आ जाना -7zx 7zx वाली ने 7zx के नीचे आ जाना कादा सम है सबट्रैक्शन का साइन चेंज हो जाने ये थले तो कोई टर्म भी नहीं है ठीक है इनू एज इट इज़ ही रहन दो भावें कोई लोड़ नहीं ये माइनस का सी इन्हें प्लस का हो जाना ये प्लस का सी इन्हें माइनस का हो जाना ये प्लस का सी इन्हें माइनस का हो जाना ठीक है। इत्थे की आ जाना +10xyz हुण मैं आ न्यू साइन नू इग्नोर करना सॉरी न्यू साइन नू लेना पुराने साइन आ माइनस नू इग्नोर कर देना -2 + 7 -2 + 7 ये आ जाना 5zx हुण वेखो 2 वड्डा कि 7 वड्डा ना तो 7 का साइन की आ बेटा 7 का पुराना साइन असी इग्नोर कर चुके हैं असी वो नहीं देखना 7 का नवा साइन देखना 7 का नवा साइन की है इत्थे प्लस का सो असी इत्थे प्लस आना वड्डी टर्म का साइन फिर -2 - 5 ये आ जाना -7yz साइन किद्दां पता लगू 2 वड्डा कि 5 वड्डा ना 5 का न्यू साइन की आ माइनस का -7yz फिर xy एज इट इज़ फिर 5 चो 3 आ माइनस का 2xy वड्डा 5 आ 5 का साइन की प्लस का ठीक है। नैक्सट बेटा सी पार्ट सबट्रैक्ट 4p² - 3pq + 5pq² - 8p + 7q - 10 फ्रॉम 18 - 3p - 11q + 5pq - 2pq² + 5p²q फ्रॉम तो अगली टर्म उपर आनी ये आ जाना 18 - 3p - 11q + 5pq - 2pq² + 5p²q ठीक है। तो उस तो बाद आ पहली टर्म ने नीचे आना हुण वेखो पहली टर्म हैगी 4p²q जिहड़ी चीज़ मैं कह रही लाइक टर्म्स का ध्यान रखना 4p²q वेरीएबल वेखो p²q कित्थे p²q आ रहा इट मीनस इस 4 ने इस ये नीचे जाना 4 लाइक टर्म्स आनियाँ 4p²q तो 4 का साइन इत्थे कोई नहीं मतलब प्लस ठीक है। नैक्सट की है -3pq pq वाली टर्म pq आ रही pq वाली ये सारियां वेखो अगे पिछे हैगियां टर्म्स असी लाइक वेख के उहदे नीचे तारना उन्होंने pq वाली आ रही
-3 PQ। साइन हमेशा लैफ्ट साइड वाला, नाल ही साइन चुक के खड़ना है -3 PQ। फिर हैगा PQ² आ रहा PQ² +5 PQ²। नैक्सट की है P कला आ रहा P तो की है -8P। नैक्सट की है 7Q +7Q आ रहा कला Q। फिर की है -10। समझ आई बेटा लाइक टर्म्स से थले लाइक टर्म्स किवें लैणियां। हाँ कभी भी पिछों आंसर वेख के पजल नहीं होना कि पिछे उन्होंने पहला Q वाली लई है पहला P वाली लई है। इट डजेंट मैटर बेटा, ये मैटर नहीं करता। तुसी जो किसी भी चीज़ का आंसर चैक करोगे ना, तुसी ये चैक करना कि जिहड़ा भी Q का वेरीएबल वेख रहे मान लो Q जिहड़ा भी उहदे नाल कॉन्सटेंट लगा वा कि उहदा आंसर तुहाडे आंसर नाल मैच कर रहा वा, इट मीनस तुहाडा क्वेश्चन सही होगा। ठीक है, हो सकता उन्होंने क्वेश्चन इधरों शुरू किया हो सकता उन्हें P वाली पहला लिखी हो Q वाली बाद च। ठीक है, तुसी इस चीज़ वाल नहीं जाना, तुसी जस्ट ये ध्यान च रखना वा कि मैं सेम वेरीएबल के नीचे सेम वेरीएबल ही उतारना वा। हुण की करना, सबट्रैक्शन का सम साइन चेंज होने, आ माइनस का इन्हें प्लस का हो जाना, माइनस का प्लस का, प्लस ने माइनस, माइनस ने प्लस, प्लस ने माइनस, प्लस ने माइनस। सॉल्व करो। साइन हमेशा एक लाइन वक्री च पाने आ बेटा, उपर नहीं हौश पौश सारा कुछ करना। हुण की है वेरीएबल P²Q, नवे साइन नूं कंसीडर करना, पुराना साइन इग्नोर करना। +5 -4 ये आ जाना 1। इस चों वड्डी टर्म किहड़ी 5 का साइन की प्लस। फिर नैक्सट की PQ² P सेम वेरीएबल होने चाहिए PQ²। प्लस में इग्नोर कर दो, -2 -5 -2 -5 ये आ जाना 7। वड्डी टर्म किहड़ी 5 का न्यू साइन देखना माइनस। फिर इस तरह इनू साइन नू छड्ड देना, +5 +3 ये आ जाना +8 PQ। फिर की आ -11 -7 ये आ जाना -18 Q। नैक्सट -3 +8 ये आ जाना +5 P। अगे 18 + 10 प्लस का न्यू साइन प्लस है ना, ये आ जाना 28। ठीक है, क्लीयर है बेटा। आई होप तुहानू समझ आ गई होएगी ये एक्सरसाइज। ये नाल साडी ये एक्सरसाइज कंप्लीट हो जाती है। सो नैक्सट क्लास दे विच असीं जिहड़ी नैक्सट एक्सरसाइज शुरू करांगे। तो बेटा जो तुहानू कोई भी प्रॉब्लम आ दैन तुसीं मैनू पुछ सकदे हो इहदे नाल रिलेटेड। सो थैंक यू स्टूडेंट्स एंड हैव अ गुड डे। वाहिगुरू जी का खालसा, वाहिगुरू जी की फतेह।